ਲੁਧਿਆਣਾ ਖਬਰਨਾਮਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਤੁਹਾਡਾ ਮਨਵਿੰਦਰ ਸਿੰਘ। ਬੁਲੇਟਿਨ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਅਹਿਮ ਸੁਰਖੀਆਂ ਤੇ। ਨੌਜਵਾਨ ਨੂੰ ਕੁੱਟ-ਕੁੱਟ ਕੇ ਮਾਰਨ ਵਾਲੇ 3 ਨਿਹੰਗ ਗ੍ਰਿਫਤਾਰ। 3 ਨਿਹੰਗ ਸਿੰਘਾਂ ਸਮੇਤ 3 ਹੋਰ ਨੂੰ ਕੀਤਾ ਗਿਆ ਗ੍ਰਿਫਤਾਰ। ਇਹ ਵੀ ਦੱਸਿਆ ਜਾ ਰਿਹਾ ਕਿ ਨਿਹੰਗਾਂ ਦਾ ਪੰਚਾਇਤੀ ਜ਼ਮੀਨ ਤੇ ਹੈ ਕਬਜ਼ਾ। ਸਰਕਾਰੀ ਬੱਸਾਂ ਦੇ ਕੱਚੇ ਮੁਲਾਜ਼ਮਾਂ ਵੱਲੋਂ ਕੀਤੀ ਗਈ ਹੜਤਾਲ। ਮੁਲਾਜ਼ਮਾਂ ਵੱਲੋਂ ਸਰਕਾਰ ਖਿਲਾਫ ਪ੍ਰਗਟਾਇਆ ਗਿਆ ਰੋਸ। ਕਿਹਾ ਜੇ ਮੰਗਾਂ ਨਾ ਮੰਨੀਆਂ ਤਾਂ ਸੰਘਰਸ਼ ਹੋਵੇਗਾ ਤੇਜ਼। ਐਮਬੀਡੀ ਮਾਲ 'ਚ ਫਿਲਮ ਦੇਖਣ ਆਏ 2 ਧਿਰ ਭਿੜੇ। ਲੜਾਈ 'ਚ ਦੋਵੇਂ ਧਿਰਾਂ ਦੇ ਲੋਕ ਹੋਏ ਜ਼ਖਮੀ। ਲੜਾਈ ਦੀ ਵੀਡੀਓ ਤੇਜ਼ੀ ਨਾਲ ਹੋ ਰਹੀ ਹੈ ਵਾਇਰਲ। ਸਿਹਤ ਵਿਭਾਗ ਵੱਲੋਂ ਸਕੈਨਿੰਗ ਸੈਂਟਰ ਤੇ ਛਾਪਾ। ਗੈਰ ਕਾਨੂੰਨੀ ਸਕੈਨਿੰਗ ਸੈਂਟਰ ਦਾ ਕੀਤਾ ਗਿਆ ਭਾਂਡਾ ਫੋੜ। ਮੋਟੀ ਰਕਮ ਲੈ ਕੇ ਲਿੰਗ ਨਿਰਧਾਰਨ ਟੈਸਟ ਸੀ ਕਰਦੇ। ਪਰਿਵਾਰ ਭਲਾਈ ਵੱਲੋਂ ਮੁਲਜ਼ਮ ਕੀਤੇ ਗਏ ਕਾਬੂ। ਸੰਤ ਬਾਬਾ ਮੈਗਲ ਸਿੰਘ ਜੀ ਦਾ ਸਾਲਾਨਾ ਬਰਸੀ ਸਮਾਗਮ ਹੋਇਆ ਸ਼ੁਰੂ। ਸੰਤ ਬਾਬਾ ਬਲਜੀਤ ਸਿੰਘ ਜੀ ਦੀ ਅਗਵਾਈ 'ਚ ਸਮਾਗਮ ਦੀ ਕੀਤੀ ਗਈ ਸ਼ੁਰੂਆਤ। ਅਖੰਡ ਪਾਠ ਸਾਹਿਬ ਤੇ ਸ਼੍ਰੀ ਜਪਜੀ ਸਾਹਿਬ ਤੇ ਪਾਠ ਕੀਤੇ ਗਏ ਆਰੰਭ। ਅਖੰਡ ਪਾਠ ਸਾਹਿਬ ਤੇ ਸ਼੍ਰੀ ਜਪਜੀ ਸਾਹਿਬ ਤੇ 19 ਮਈ ਨੂੰ ਪਾਏ ਜਾਣਗੇ ਭੋਗ। ਹੁਣ ਖਬਰਾਂ ਵਿਸਥਾਰ ਨਾਲ। ਸਮਰਾਲਾ ਦੇ ਪਿੰਡ ਮੰਜ਼ਾਲੀ ਵਿਖੇ ਨਿਹੰਗ ਸਿੰਘਾਂ ਵੱਲੋਂ ਨੌਜਵਾਨ ਨੂੰ ਕੁੱਟ-ਕੁੱਟ ਕੇ ਮਾਰਨ ਦੀ ਘਟਨਾ 'ਚ ਪੁਲਿਸ ਨੇ 3 ਨਿਹੰਗ ਸਿੰਘ ਸਮੇਤ 3 ਵਿਅਕਤੀਆਂ ਨੂੰ ਕਾਬੂ ਕਰ ਲਿੱਤਾ ਹੈ। ਦੱਸ ਦਈਏ ਕਿ ਨਿਹੰਗ ਸਿੰਘਾਂ ਉਦੋਂ ਭੱਜਣ ਦੀ ਫਿਰਾਕ 'ਚ ਸੀ ਜਦੋਂ ਪੁਲਿਸ ਵੱਲੋਂ ਘੇਰਾ ਪਾ ਕੇ ਉਹਨਾਂ ਨੂੰ ਫੜਿਆ ਗਿਆ। ਦੱਸ ਦਈਏ ਕਿ ਇਸ ਕਤਲ ਕੇਸ 'ਚ 3 ਹੋਰ ਦੋਸ਼ੀ ਫਰਾਰ ਹਨ, ਜਿਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ। ਇਸ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਨਿਹੰਗਾਂ ਨੇ ਪਿੰਡ 'ਚ ਧੱਕੇ ਨਾਲ ਪੰਚਾਇਤੀ ਜ਼ਮੀਨ ਤੇ ਕਬਜ਼ਾ ਕਰਕੇ ਛਾਉਣੀ ਬਣਾਈ ਹੋਈ ਸੀ। ਭਜਨ ਸਿੰਘ ਪੁੱਤਰ ਦਲੀਪ ਸਿੰਘ ਵੱਲੋਂ ਇੱਕ ਬਿਆਨ ਦਰਜ ਕਰਾਇਆ ਗਿਆ ਸੀ ਕਿ ਉਹਦਾ ਲੜਕਾ ਅਵਤਾਰ ਸਿੰਘ, ਜਿਸ ਦੀ ਉਮਰ ਕਰੀਬ 26 ਸਾਲ, ਕੋਹਲੀ ਪਿੰਡ ਤੋਂ, ਉਹਦੇ ਕਿਸੇ ਮਜਾਲੀ ਕਲਾਂ ਲੜਕੀ ਜਿਹੜੀ ਸੀ ਉਹਦੇ ਨਾਲ ਕੋਈ ਦੀ ਗੱਲਬਾਤ ਸੀ ਕਿ ਉਹ ਲੜਕੀ ਆਪਣੇ ਘਰੋਂ ਚਲੀ ਗਈ ਸੀ। ਉਹਦੇ ਸਬੰਧ ਵਿੱਚ ਇਹਨਾਂ ਦਾ ਆਪਸ ਵਿੱਚ ਦਰਖਾਸਤ ਦਿੱਤੀ ਸੀ ਲੜਕੀ ਵਾਲਿਆਂ ਨੇ ਤੇ ਇਹਨਾਂ ਨੂੰ ਥਾਣੇ ਬੁਲਾਇਆ ਗਿਆ ਸੀ। ਪਰ ਇਹ ਲੋਕ ਜਿਹੜੇ ਸੀਗੇ, ਦੋਨੋਂ ਪਾਰਟੀਆਂ ਥਾਣੇ ਆਉਣ ਦੀ ਬਜਾਏ ਇੱਥੇ ਸਾਡੇ ਇੱਕ ਗੁਰਸੇਵਕ ਸਿੰਘ ਸੇਵਕ ਨਾਂ ਦਾ ਨਿਹੰਗ ਸਿੰਘ ਆ, ਜਿਹਨੇ ਆਪਣਾ ਇੱਕ ਪੜਾਅ ਬਣਾਇਆ ਸੀਗਾ ਪਿੰਡ ਬੁੱਲੇਵਾਲ ਪੰਚਾਇਤੀ ਜ਼ਮੀਨ ਦੇ ਵਿੱਚ। ਉਹ ਪੜਾਅ ਵੀ ਇਹਨਾਂ ਧੱਕੇ ਨਾਲ ਹੀ ਕਬਜ਼ਾ ਕਰਕੇ ਬਣਾਇਆ ਸੀ ਔਰ ਉਸ ਪੜਾਅ ਦੇ ਵਿੱਚ ਇਹਨਾਂ ਦੇ ਜਿਹੜੇ ਬਾਕੀ ਨਿਹੰਗ ਸਿੰਘ ਸੀਗੇ ਉਹ ਵੀ ਨਾਲ ਸੀਗੇ। ਜਦੋਂ ਉਹ ਅਵਤਾਰ ਸਿੰਘ, ਉਹਦਾ ਫਾਦਰ ਤੇ ਉਹਦਾ ਪਰਿਵਾਰ ਉੱਥੇ ਪਹੁੰਚੇ ਤੇ ਇਹ ਜਿਹੜੇ ਸੀਗੇ ਨਿਹੰਗ ਸਿੰਘ ਗੁਰਸੇਵਕ ਸਿੰਘ ਹੋਣੀ, ਇਹ ਉਹਨਾਂ ਨੂੰ ਆਪਣੀ ਗੱਡੀ 'ਚ ਬਿਠਾ ਕੇ ਤੇ ਇਹ ਮਜਾਲੀ ਕਲਾਂ ਪਿੰਡ ਜਿਹੜਾ ਸੀ ਉੱਥੇ ਲੈ ਗਏ। ਉੱਥੇ ਜਾ ਕੇ ਜਿਹੜਾ ਉਸ ਪਿੰਡ ਦਾ ਹਰਦੀਪ ਸਿੰਘ ਲਾਡੀ ਨਾਂ ਦਾ ਇੱਕ ਨਿਹੰਗ ਸਿੰਘ ਸੀਗਾ, ਜਿਹੜਾ ਬਹੁਤ ਸ਼ਰਾਰਤੀ ਹੈ, ਉਸ ਦੇ ਬਾਹਰ ਵਾੜੇ ਵਿੱਚ ਬੈਠ ਕੇ ਉਹਨਾਂ ਨੇ ਆਪਣੀ ਗੱਲਬਾਤ ਕਰਨੀ ਸ਼ੁਰੂ ਕੀਤੀ। ਤਾਂ ਲਾਡੀ ਜਿਹੜਾ ਸੀਗਾ, ਇਹਨੇ ਤੇ ਕੁਲਵੀਰ ਨੇ, ਇਹਨਾਂ ਨੇ ਆਪਸ ਵਿੱਚ ਉਹਨੂੰ, ਜਿਹੜਾ ਮੁੰਡਾ ਸੀਗਾ ਅਵਤਾਰ ਸਿੰਘ, ਉਹਨੂੰ ਕੁੱਟਣਾ ਮਾਰਨਾ ਸ਼ੁਰੂ ਕਰਤਾ ਵੀ ਤੂੰ ਸਾਡੇ ਪਿੰਡ ਦੀ ਜਿਹੜੀ ਲੜਕੀ ਹੈ ਵੀ ਉਹਦੇ ਬਾਰੇ ਤੂੰ ਇਹਦਾ ਕਿਉਂ ਸੋਚਦਾ ਜਾਂ ਕੀ ਗੱਲਬਾਤ ਹੋਈ। ਲੁਧਿਆਣਾ ਵਿਖੇ ਆਪਣੀ ਵੱਖ-ਵੱਖ ਮੰਗਾਂ ਨੂੰ ਲੈ ਕੇ ਸਰਕਾਰੀ ਬੱਸਾਂ ਦੇ ਕੱਚੇ ਮੁਲਾਜ਼ਮ ਅੱਜ ਤੋਂ ਹੜਤਾਲ ਤੇ ਨੇ। ਇਸ ਮੌਕੇ ਮੁਲਾਜ਼ਮਾਂ ਨੇ ਲੁਧਿਆਣੇ ਬੱਸ ਸਟੈਂਡ ਸਥਿਤ ਬੱਸ ਡਿਪੂ ਤੇ ਇਕੱਠੇ ਹੋ ਕੇ ਰੋਸ ਪ੍ਰਗਟਾਇਆ ਅਤੇ ਕਿਹਾ ਕਿ ਉਹ ਆਪਣੀ ਮੰਗਾਂ ਨੂੰ ਲੈ ਕੇ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੇ ਨੇ, ਪਰ ਸਰਕਾਰਾਂ ਨੇ ਹਮੇਸ਼ਾ ਉਹਨਾਂ ਨੂੰ ਅਣਗੌਲਾ ਕੀਤਾ। ਇਸ ਮੌਕੇ ਉਹਨਾਂ ਕਿਹਾ ਹੈ ਕਿ ਜੇਕਰ ਉਹਨਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਕੱਲ ਤੋਂ PRTC ਅਤੇ ਪਨਬੱਸ ਦੇ ਸਾਰੇ ਮੁਲਾਜ਼ਮ ਹੜਤਾਲ ਤੇ ਜਾਣ ਲਈ ਮਜਬੂਰ ਹੋ ਜਾਣਗੇ। ਅਸੀਂ ਪਿਛਲੇ ਸਮੇਂ ਤੋਂ ਆਪਣੀ ਰੈਗੂਲਰ ਦੀ ਮੰਗ ਨੂੰ ਲੈ ਕੇ ਤੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਾਉਣ ਲਈ ਜਾਂ ਮਾਣਯੋਗ ਸੁਪਰੀਮ ਕੋਰਟ ਦਾ ਫੈਸਲਾ ਲਾਗੂ ਕਰਾਉਣ ਲਈ ਆਪਣੇ ਸੰਘਰਸ਼ ਕਰਦੇ ਆ ਰਹੇ ਹਾਂ। ਪਰ ਸਰਕਾਰ ਸਾਡੀ ਆਵਾਜ਼ ਨੂੰ ਦਬਾਉਣ ਲਈ ਨਵੇਂ ਤੋਂ ਨਵੇਂ ਕੋਈ ਫਰਮਾਨ ਲੈ ਕੇ ਆਉਂਦੀ ਹੈ। ਜਿਵੇਂ ਪਿਛਲੇ ਸਮੇਂ ਦੇ ਵਿੱਚ ਜਿਹੜੇ ਸਾਡੇ ਔਰਤਾਂ ਨੂੰ ਬੱਸਾਂ ਦੇ ਵਿੱਚ ਫ੍ਰੀ ਸਫ਼ਰ ਸਹੂਲਤ ਦਿੱਤੀ ਆ, ਉਹਦੇ 'ਚ ਬੱਸਾਂ ਦੀ ਬੜੀ ਵੱਡੀ ਘਾਟ ਆ, ਕਿਉਂਕਿ ਹਰੇਕ ਬੱਸ ਦੇ ਵਿੱਚ 100 ਸਵਾਰੀ ਹੁੰਦੀ ਆ ਤੇ ਨਿੱਕੀ ਮੋਟੀ ਸ਼ਿਕਾਇਤ ਤੇ ਮੁਲਾਜ਼ਮਾਂ ਨੂੰ ਟੌਰਚਰ ਕੀਤਾ ਜਾਂਦਾ ਕਿ ਤੁਸੀਂ ਇੱਥੇ ਬੱਸ ਨਹੀਂ ਰੋਕੀ ਜਾਂ ਕਿਸੇ ਸਵਾਰੀ ਨੂੰ ਨਹੀਂ ਚੜਾਇਆ। ਸੋ ਉਹਦੇ ਕਰਕੇ ਰੂਟ ਤੋਂ ਆਫ ਕਰਕੇ ਤੇ ਉਹਨਾਂ ਦੀ ਨੌਕਰੀ ਖੋਣ ਤੱਕ ਦੀ ਨੌਬਤ ਆਉਂਦੀ ਆ। ਉਸ ਤੋਂ ਬਾਅਦ ਜਿਹੜਾ ਰੂਟਾ ਵਾ ਮੋਗੇ ਡਿਪੂ ਦਾ ਰੂਟਾ ਜਿਹੜਾ ਉਹ ਹੈੱਡ ਆਫਿਸ ਖੜ੍ਹ ਕੇ ਤੇ ਉੱਥੇ ਜਿਹੜੇ ਮੁਲਾਜ਼ਮਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ, ਕਿਉਂਕਿ ਹੈੱਡ ਆਫਿਸ ਨੂੰ ਪਤਾ ਨਹੀਂਗਾ ਵੀ ਇਹ ਮੁਲਾਜ਼ਮਾਂ ਦੂਰ ਦਰਾਡੇ ਦੇ ਆ ਜਾਂ ਇਹਨਾਂ ਦੀਆਂ ਡਿਊਟੀਆਂ ਕਿਹੜੇ ਸਮੇਂ 'ਚ ਲਾਉਣੀਆਂ ਤੇ ਕਿਵੇਂ ਉਹ ਆਪਣਾ ਟਾਈਮ ਕਵਰ ਕਰ ਸਕਦੇ ਆ। ਐਮਬੀਡੀ ਮਾਲ ਵਿੱਚ ਫਿਲਮ ਦੇਖਣ ਆਈਆਂ 2 ਧਿਰਾਂ ਭਿੜ ਗਈਆਂ। ਇਸ ਲੜਾਈ ਦੇ ਵਿੱਚ ਦੋਵੇਂ ਧਿਰਾਂ ਦੇ ਲੋਕ ਜ਼ਖਮੀ ਹੋ ਗਏ। ਸੂਚਨਾ ਤੋਂ ਬਾਅਦ ਥਾਣਾ ਸਰਾਭਾ ਨਗਰ ਦੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਉਸ ਸਮੇਂ ਨੇੜੇ ਖੜੇ ਕਿਸੇ ਨੌਜਵਾਨ ਨੇ ਲੜਾਈ ਦੀ ਵੀਡੀਓ ਬਣਾ ਲਈ ਸੀ, ਜੋ ਕਿ ਦੇਰ ਰਾਤ ਕਾਫੀ ਵਾਇਰਲ ਹੋ ਰਹੀ ਹੈ। ਜਾਣਕਾਰੀ ਮੁਤਾਬਿਕ ਮਾਮਲਾ ਮੰਗਲਵਾਰ ਦੇਰ ਰਾਤ ਦਾ ਹੈ।
ਠੇਕੇਦਾਰਾਂ ਦੇ ਖਿਲਾਫ ਮਾਰਕੀਟ ਕਮੇਟੀ ਦੇ ਚੇਅਰਮੈਨ ਦੇ ਵੱਲੋਂ ਮੋਰਚਾ ਖੋਲ੍ਹਿਆ ਗਿਆ। ਉਹਨਾਂ ਇਲਜ਼ਾਮ ਲਾਉਂਦੇ ਕਿਹਾ ਹੈ ਕਿ 3 ਠੇਕੇਦਾਰਾਂ ਦੇ ਵੱਲੋਂ ਆਪਸੀ ਮਿਲੀਭੁਗਤ ਦੇ ਨਾਲ ਸਰਕਾਰ ਨੂੰ ਲੱਖਾਂ ਰੁਪਏ ਦਾ ਚੂਨਾ ਲਗਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਪਾਰਕਿੰਗ ਦਾ ਠੇਕਾ 5 ਕਰੋੜ 80 ਲੱਖ ਦਾ ਦਿੱਤਾ ਗਿਆ ਸੀ, ਜਿਸ ਨੂੰ ਕਿ 2 ਕਰੋੜ 16 ਲੱਖ ਦੇ ਕੇ ਰੈਵਨਿਊ ਵਿਭਾਗ ਨੂੰ ਚੂਨਾ ਲਗਾ ਰਹੇ ਨੇ। ਉਹਨਾਂ ਕਿਹਾ ਕਿ ਠੇਕੇਦਾਰ ਦਾ ਟੈਂਡਰ ਰੱਦ ਕਰਕੇ ਨਵੇਂ ਸਿਰੇ ਤੋਂ ਟੈਂਡਰ ਜਾਰੀ ਕੀਤਾ ਜਾਵੇ। ਇਹ ਅੱਜ ਕਾਨਫਰੰਸ ਕੀਤੀ ਜਾ ਰਹੀ ਹੈ। ਪਰਸੋਂ ਇੱਕ ਠੇਕੇਦਾਰ ਜਿਹੜਾ ਕਿ ਚਰਚਾ 'ਚ ਆਇਆ ਬਹੁਤ ਜ਼ਿਆਦਾ, ਪਹਿਲਾਂ ਪਾਰਕਿੰਗ ਮਾਫੀਆ ਬਹੁਤ ਵੱਡਾ ਇੱਕ ਮੰਡੀ ਦੇ ਵਿੱਚ ਪਹਿਲੇ ਤੋਂ ਹੀ ਬਹੁਤ ਖਰਾਬੀ ਕਰ ਰਿਹਾ, ਜਿਹੜਾ ਕਿ ਉਹਦੀ 4 ਕਰੋੜ ਰੁਪਏ ਦੀ ਪੋਲ, 6 ਕਰੋੜ ਦਾ ਠੇਕਾ ਸਿਰਫ 2/16 'ਚ ਲੈਣ ਨੂੰ ਜਿਹੜਾ ਭੱਜ ਨੱਠ ਸਟਪਟਾ ਕਰ ਰਿਹਾ ਵਾ। ਉਹ 2 ਕਰੋੜ 16 ਜਿਹੜਾ ਕਿ ਇਕੱਠਾ ਮੰਡੀ ਬੋਰਡ ਕਰਦਾ ਪਿਆ ਤੇ ਕਰਨ ਵਾਲਾ ਵਾ, ਉਹ 6 ਕਰੋੜ ਰੁਪਏ ਦਾ ਘੱਟ ਤੋਂ ਘੱਟ ਕਲੈਕਸ਼ਨ ਆ ਸਾਲ ਦੀ, ਜਿਹੜੀ ਕਿ 2/16 ਦਾ 3 ਭਾਈਵਾਲ ਇਕੱਠੇ ਹੋ ਕੇ, ਤਿੰਨੇ ਪਾਰਟਨਰ ਹੀ ਕਹੇ ਜਾਂਦੇ ਇੱਕ ਦੂਜੇ ਦੀ ਜਗ੍ਹਾ ਜਗ੍ਹਾ ਤੇ, ਕਿਸੇ ਪਾਸੇ ਇਹ ਪਾਰਟਨਰ ਤੇ ਉਹ ਮੈਨੇਜਰ, ਉਹ ਮਾਲਕ ਤੇ ਇਹ ਮੈਨੇਜਰ, ਲਿਖਤੀ ਪ੍ਰੂਫ ਆ ਜਿਹਦੇ ਵਿੱਚ ਸਾਰੀ ਜਗ੍ਹਾ ਤੇ ਕਈ ਜਗ੍ਹਾ ਤੇ ਸਰਕਾਰੀ ਠੇਕੇ, ਮੰਡੀ ਬੋਰਡ ਦੇ, ਬੱਸ ਸਟੈਂਡ ਦੇ, ਜਿਵੇਂ ਕਿ ਇਹਦਾ ਕੰਪਨੀ LRY, ਅਰਜਨ ਯਾਦਵ ਤੇ ਨਰੀਜ ਜੋਸ਼ੀ, ਇਹ ਤਿੰਨੇ ਹੀ ਇਕੱਠੇ ਹੁੰਦੇ ਆ ਹਰੇਕ ਜਗ੍ਹਾ ਤੇ। ਚੌਥਾ ਬੰਦਾ ਨਹੀਂ ਹੁੰਦਾ, ਕਿਉਂਕਿ ਇਹਨਾਂ ਨੇ ਸਾਰੀ ਪੰਜਾਬ ਦੇ ਮੰਡੀ ਦੇ ਠੇਕੇ ਇਹਨੇ ਹੀ ਲੈਣੇ, ਲੁਧਿਆਣੇ ਦੇ ਠੇਕੇ ਲੈਣੇ ਆ, ਜਿਹੜਾ ਕਿ ਤਿੰਨੇ ਬੰਦੇ ਮਿਲੀ ਭੁਗਤ ਕਰਕੇ ਕਿਸੇ ਦਾ 20,000 ਵੱਧ, ਕਿਸੇ ਦਾ 50,000 ਘੱਟ ਕਰਕੇ ਠੇਕਾ ਹੜੱਪਦਾ ਹਰ ਵਾਰੀ। ਰਾਏਕੋਟ ਦੇ ਪਿੰਡ ਬੁਰਜ ਕਲਾਂ ਵਿਖੇ ਲੋਡ ਚੈੱਕ ਕਰਨ ਲਈ ਬਿਜਲੀ ਮੁਲਾਜ਼ਮਾਂ ਦੀ ਟੀਮ ਨੂੰ ਪਿੰਡ ਵਾਸੀਆਂ ਦੇ ਵੱਲੋਂ ਬੰਦੀ ਬਣਾ ਲਿਆ ਗਿਆ ਅਤੇ ਹੁਣ ਇਸ ਮਾਮਲੇ ਨੂੰ ਧੂੜ ਫੜ ਲਈ ਹੈ। ਪਿੰਡ ਵਾਸੀਆਂ ਵੱਲੋਂ ਕੀਤੀ ਇਸ ਕਰਤੂਤ ਮਗਰੋਂ ਰਾਏਕੋਟ ਪਾਵਰਕਾਮ ਡਿਵੀਜ਼ਨ ਅਧੀਨ ਪੈਂਦੀਆਂ ਸਬ ਡਿਵੀਜ਼ਨਾਂ ਦੇ SDO, JE ਅਤੇ ਸਮੂਹ ਮੁਲਾਜ਼ਮਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਘਟਨਾ ਲਈ ਜ਼ਿੰਮੇਵਾਰ ਸਰਪੰਚ ਅਤੇ ਉਸ ਦੀ ਪਤੀ ਵਿਰੁੱਧ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ। ਇਸ ਦੇ ਨਾਲ ਹੀ ਮੁਲਾਜ਼ਮਾਂ ਵੱਲੋਂ ਕਾਰਵਾਈ ਨਾ ਹੋਣ ਤੱਕ ਅਣਮਿੱਥੇ ਸਮੇਂ ਲਈ ਹੜਤਾਲ ਤੇ ਜਾਣ ਦਾ ਐਲਾਨ ਵੀ ਕਰ ਦਿੱਤਾ ਗਿਆ। ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਅੱਜ ਕੱਲ੍ਹ ਪੰਜਾਬ ਸਰਕਾਰ ਵੱਲੋਂ ਜਿਹੜੇ ਬਿਜਲੀ ਚੋਰੀ ਕਰਦੇ ਨੇ ਉਹਨਾਂ ਪ੍ਰਤੀ ਮੁਹਿੰਮ ਵੱਡੀ ਗਈ ਹੈ। ਉਸ ਸਾਰੇ ਅੱਜ ਸਾਡੀ ਟੀਮ ਜਿਹੜੀ ਸੀਗੀ ਲੱਖਾ ਸਾਬੀ ਦੀ, ਉਹ ਬੁਰਜ ਵਗੈਰਾ ਪਿੰਡ ਦੇ ਸੀ। ਉੱਥੇ ਪਿੰਡ ਦੇ ਇੱਕ ਮੌਜੂਦਾ ਸਰਪੰਚ ਦੇ ਪਤੀ ਵੱਲੋਂ ਤੇ ਕਿਸਾਨ ਯੂਨੀਅਨ ਦੇ ਬੰਦਿਆਂ ਨਾਲ ਲੈ ਕੇ ਸੁਖਦੇਵ ਸਿੰਘ JE ਦਾ ਤੇ ਹੋਰ ਬਾਕੀ ਸਾਰੀ ਟੀਮ ਦਾ ਘਿਰਾਓ ਕੀਤਾ ਗਿਆ। ਉਸ ਸੰਬੰਧੀ ਸਾਰੇ ਜਥੇਬੰਦੀਆਂ ਦੇ ਮੁਲਾਜ਼ਮ ਜਥੇਬੰਦੀ ਦੇ ਆਗੂ ਤੇ ਐਸਪੀ ਸਾਹਿਬ ਮੈਨੂੰ ਮਿਲੇ ਸੀ। ਅੱਜ ਉਹਨਾਂ ਵੱਲੋਂ ਮੰਗ ਦਿੱਤਾ ਗਿਆ ਇਸ ਸੰਬੰਧੀ ਬਣਦੀ ਕਾਰਵਾਈ ਲਈ ਪੁਲਿਸ ਅਧਿਕਾਰੀਆਂ ਨੂੰ ਲਿਖ ਦਿੱਤਾ ਜਾਊਗਾ। ਅੱਜ ਜਿਹੜੀ ਕੁੰਡੀ ਹਟਾਓ ਪੰਜਾਬ ਸਰਕਾਰ ਵੱਲੋਂ ਮੁਹਿੰਮ ਵਿੱਢੀ ਗਈ ਆ, ਉਹਦੇ ਤਹਿਤ ਸਾਡੇ ਉੱਚ ਅਧਿਕਾਰੀਆਂ ਦੀ ਰਹਿਨੁਮਾਈ ਹੈ। ਡਿਮਾਂਡਯੋਗ ਐਕਸ਼ਨ ਸਾਹਿਬ ਦੇ ਹੁਕਮਾਂ ਦੇ ਵੱਖ-ਵੱਖ ਦਫ਼ਤਰਾਂ ਨੇ ਜਿਹੜੀ ਚੈਕਿੰਗ ਵਿੱਢੀ ਹੋਈ ਆ। ਅੱਜ ਲੱਖਾ ਦਫ਼ਤਰ ਦੇ ਸਮੁੱਚੇ ਮੁਲਾਜ਼ਮ SDO ਸਾਹਿਬ ਦੀ ਨਿਗਰਾਨੀ ਹੇਠ ਤੇ ਸਮੂਹ JE ਸਾਹਿਬਾਨ ਦੇ ਸਮੁੱਚੇ ਮੁਲਾਜ਼ਮ ਚੈਕਿੰਗ ਕਰਨ ਗਏ ਸੀ। ਉੱਥੋਂ ਦੇ ਮੌਜੂਦਾ ਸਰਪੰਚ ਦੇ ਜਿਹੜੇ ਪਤੀ ਆ, ਉਹਨਾਂ ਨੇ ਪਿੰਡ ਬੁਰਜ ਕਲਾਂ ਜਿਹੜੇ ਸਾਡੇ ਮੁਲਾਜ਼ਮਾਂ ਨੇ ਉਹਨੇ ਮੈਸਵੇਵ ਕਰਿਆ, ਖਾਸ ਕਰਕੇ ਜਿਹੜਾ ਇੰਜੀਨੀਅਰ ਸੁਖਦੇਵ ਸਿੰਘ ਆ ਉਹਨੂੰ ਬੰਦੀ ਬਣਾਉਣ ਦੀ ਕੋਸ਼ਿਸ਼ ਕੀਤੀ ਆ। ਰਿਸ਼ੀਨਗਰ ਵਿਖੇ ਸਿਹਤ ਵਿਭਾਗ ਦੀ ਟੀਮ ਵੱਲੋਂ ਸਕੈਨਿੰਗ ਸੈਂਟਰ ਤੇ ਛਾਪਾ ਮਾਰਿਆ ਗਿਆ। ਇਸ ਦੌਰਾਨ ਵਿਭਾਗ ਨੇ ਪੋਰਟੇਬਲ ਅਲਟਰਾਸਾਊਂਡ ਮਸ਼ੀਨ ਬਰਾਮਦ ਕੀਤੀ ਹੈ ਅਤੇ ਇੱਕ ਡਾਕਟਰ ਨੂੰ ਵੀ ਮੌਕੇ ਤੋਂ ਫੜਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਸੈਂਟਰ ਵਿੱਚ ਮੋਟੀ ਰਕਮ ਲੈ ਕੇ ਲਿੰਗ ਨਿਰਧਾਰਨ ਸੈਂਟਰ ਚਲਾਇਆ ਜਾ ਰਿਹਾ ਸੀ। ਜਾਣਕਾਰੀ ਮੁਤਾਬਕ ਵਿਭਾਗ ਨੂੰ ਸੂਚਨਾ ਮਿਲੀ ਸੀ ਕਿ ਉਕਤ ਸੈਂਟਰ 'ਚ ਗੈਰ ਕਾਨੂੰਨੀ ਢੰਗ ਨਾਲ ਸਕੈਨਿੰਗ ਕੀਤੀ ਜਾਂਦੀ ਹੈ, ਜਿਸ ਤੋਂ ਬਾਅਦ ਪਰਿਵਾਰ ਭਲਾਈ ਅਫਸਰ ਦੀ ਅਗਵਾਈ ਵਿੱਚ ਟੀਮ ਗਠਿਤ ਕੀਤੀ ਗਈ ਅਤੇ ਛਾਪੇਮਾਰੀ ਕੀਤੀ ਗਈ। ਦੱਸਿਆ ਜਾ ਰਿਹਾ ਹੈ ਕਿ ਵਿਭਾਗ ਨੇ ਇੱਥੇ ਅਲਟਰਾਸਾਊਂਡ ਮਸ਼ੀਨ ਅਤੇ ਹੋਰ ਟੈਸਟਿੰਗ ਉਪਕਰਨ ਬਰਾਮਦ ਕੀਤੇ ਹਨ। ਟੀਮ ਨੇ ਇਸ ਮੌਕੇ ਮਿਲੀਆਂ ਮਸ਼ੀਨਾਂ ਨੂੰ ਜ਼ਬਤ ਕਰ ਲਿਆ ਤੇ ਮੌਕੇ ਤੇ ਮਿਲਿਆ 30,000 ਅਤੇ ਮੁਲਾਜ਼ਮਾਂ ਨੂੰ ਵੀ ਕਾਬੂ ਕਰ ਲਿੱਤਾ। ਘਰ ਦੇ ਵਿੱਚ ਹਸਪੀਟਲ ਨਹੀਂ ਹੈ। ਕਿੰਨੇ ਸਮੇਂ ਤੋਂ ਕਰ ਰਹੇ ਸੀ ਇਹ ਕੰਮ? ਹਜੇ ਸਾਲ ਕੁ ਹੋਇਆ। ਸਾਲ ਹੋਇਆ। ਕਿੰਨੀ ਕੁ ਆਮਦਨ ਹੋ ਜਾਂਦੀ ਸੀ? ਸਰ ਡੇਲੀ ਇਹਨਾਂ ਦੀ 10 ਪੇਸ਼ੈਂਟ ਡੇਲੀ ਹੁੰਦੇ ਆ। ਨਹੀਂ ਮੈਡਮ ਝੂਠ ਬੋਲ। ਮਸ਼ੀਨ ਨਹੀਂ ਲੈ ਕੇ ਆਏ ਸੀ? ਮਸ਼ੀਨ ਕਿੱਥੋਂ ਲੈ ਕੇ ਆਏ ਸੀ? ਇਹ ਤਾਂ ਦਿੱਲੀੋਂ ਲਈ ਸੀ। ਦਿੱਲੀੋਂ ਕਿੰਨੇ ਦੀ ਮਿਲੀ ਸੀ ਮਸ਼ੀਨ? ਸਰ ਉਦੋਂ ਮਿਲੀ ਸੀਗੀ। ਲੁਧਿਆਣੇ 'ਚ ਕਿੰਨੀ ਕੁ ਮਸ਼ੀਨਾਂ ਇਹਦੇ ਨਾਲ ਦੀਆਂ ਨੇ? ਹੋਰ ਵੀ ਤੁਹਾਡੇ ਸਾਥੀ ਹੋਣਗੇ ਇੱਕ ਦੂਜੇ ਨਾਲ? ਨਹੀਂ ਮੈਂ ਨਹੀਂ ਕਿਸੇ ਦੀ ਵੀ ਦੇਖੀ ਮਸ਼ੀਨ। ਨਹੀਂ ਤੁਸੀਂ ਆਪ ਕਰਦੇ ਸੀ? ਮੈਂ ਹੀ ਕਰਦੀ ਸੀ। ਵੈਸੇ ਜੇ ਕੋਈ ਡਾਊਟਫੁਲ ਹੁੰਦਾ ਸੀ ਫਿਰ ਬਾਹਰੋਂ ਕਰਾਉਂਦੇ ਸੀ। ਸਾਨੂੰ ਕਾਫੀ ਦਿਨਾਂ ਤੋਂ ਇਹੋ ਜਿਹੀ ਕੋਈ ਇੱਕ ਸੈਂਟਰ ਅਨਰਜਿਸਟਰਡ ਸੈਂਟਰ ਤੇ ਇਲੀਗਲ ਸੈਕਸ ਡਿਟਰਮੀਨੇਸ਼ਨ ਐਕਟ ਦੀ ਸਾਨੂੰ ਕੁਝ ਸੂਚਨਾ ਮਿਲੀ ਸੀ ਕਿਸੇ ਇਨਫੋਰਮਰ ਦੇ ਥਰੂ। ਇਨਫੋਰਮੇਸ਼ਨ ਸਾਡੇ ਨਾਲ ਕਿਸੇ ਨੇ ਸ਼ੇਅਰ ਕੀਤੀ ਸੀ।
ਅਸੀਂ ਕਾਫੀ ਦਿਨਾਂ ਤੋਂ ਅਸੀਂ ਇੱਕ ਟੀਮ ਲਾਈ ਸੀ। ਟੀਮ ਵਾਸ ਹੈਡਡ ਬਾय ਡਾਕਟਰ ਹਰਪ੍ਰੀਤ, ਸਾਡੇ ਡਿਸਟ੍ਰਿਕਟ ਫੈਮਿਲੀ ਵੈਲਫੇਅਰ ਆਫਿਸਰ। ਡੇਲੀ ਇਹਦੀ ਮੋਨੀਟਰਿੰਗ ਹੋ ਰਹੀ ਸੀ। ਅਸੀਂ ਰੇਕੀ ਕਰ ਰਹੇ ਸੀ ਹਾਊਸ ਦੇ। ਆਫਟਰ ਹੈਵਿੰਗ ਐਨ ਇਨਫੋਰਮੇਸ਼ਨ ਕਿ ਬਈ ਅੱਜ ਇਦਾਂ ਦੀ ਉਮੀਦ ਹੈ ਕਿ ਮਾਰਨਿੰਗ ਵਿੱਚ ਇਹੋ ਜਿਹਾ ਕੋਈ ਸੈਕਸ ਡਿਟਰਮੀਨੇਸ਼ਨ ਹੋਣਾ ਹੈ। ਸੋ ਰੋਪਿੰਗ ਇਨ ਦਾ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ, ਡੀਸੀ ਮੈਮ ਦੇ ਨਾਲ, ਉਹਨਾਂ ਨਾਲ ਵੀ ਅਸੀਂ ਰਾਬਤਾ ਕੀਤਾ ਸੀਗਾ। ਉਹਨਾਂ ਦੀ ਹੈਲਪ ਮਿਲੀ, ਪੁਲਿਸ ਡਿਪਾਰਟਮੈਂਟ ਦੀ ਵੀ ਸਾਨੂੰ ਹੈਲਪ ਮਿਲੀ ਐਂਡ ਸਾਡੀ ਟੀਮ ਅਰਲੀ ਮਾਰਨਿੰਗ ਤੋਂ ਇੱਥੇ ਬੈਠੀ ਸੀਗੀ ਐਂਡ ਟੁਡੇ ਵੀ ਆਰ ਸਕਸੈਸਫੁਲ। ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪੰਚਾਇਤੀ ਜ਼ਮੀਨਾਂ ਨੂੰ ਨਾਜਾਇਜ਼ ਕਬਜ਼ੇਕਾਰਾਂ ਤੋਂ ਮੁਕਤ ਕਰਵਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਸੀ, ਜਿਸ ਦੇ ਨਾਲ ਹੁਣ ਪੰਚਾਇਤੀ ਜਗ੍ਹਾ ਤੇ ਬਣੇ ਘਰਾਂ ਤੇ ਉਸਾਰੀਆਂ ਨੂੰ ਵੀ ਤੋੜ ਕੇ ਆਪਣੇ ਕਬਜ਼ੇ 'ਚ ਲੈਣ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਹਨ, ਜਿਸ ਤੋਂ ਬਾਅਦ ਮਾਛੀਵਾੜਾ ਬਲਾਕ ਦੇ ਪਿੰਡ ਮਾਣੇਵਾਲ ਦੇ ਲੋਕਾਂ ਨੂੰ ਸਰਕਾਰ ਵੱਲੋਂ ਨੋਟਿਸ ਜਾਰੀ ਕੀਤਾ ਗਿਆ, ਜਿਸ ਤੋਂ ਬਾਅਦ ਉਹਨਾਂ ਵਿੱਚ ਸਰਕਾਰ ਖਿਲਾਫ ਭਾਰੀ ਰੋਸ ਦੇਖਣ ਨੂੰ ਮਿਲ ਰਿਹਾ। ਅਸੀਂ ਤਾਂ ਜੀ ਇਹ ਕਹਿਣਾ ਚਾਹੁੰਦੇ ਆ ਵੀ ਜੋ ਅੱਜ ਕੱਲ੍ਹ ਸਰਕਾਰ ਗਰੀਬਾਂ ਨੂੰ ਧੱਕਾ ਕਰ ਰਹੀ ਹੈ, ਇਹ ਬਹੁਤ ਮਾੜੀ ਗੱਲ ਹੈ। ਪੰਜਾਬ ਸਰਕਾਰ ਨੂੰ ਗਰੀਬਾਂ ਦੀ ਸਹਾਇਤਾ ਕਰਨੀ ਚਾਹੀਦੀ ਕਿ ਬਲਕਿ ਇਹਨਾਂ ਨੂੰ ਘਰੋਂ ਬੇਘਰ ਕਰਨਾ ਤੇ ਜ਼ਮੀਨਾਂ ਖੋਹ ਰਹੀ ਹੈ ਗਰੀਬਾਂ ਦੀਆਂ। ਅਸੀਂ ਤਾਂ ਇਹ ਚਾਹੁੰਦੇ ਹਾਂ ਵੀ ਗਰੀਬਾਂ ਦਾ ਫਾਇਦਾ ਹੋਣਾ ਚਾਹੀਦਾ। ਵੱਡੇ ਸ਼ਾਹੂਕਾਰ ਜਿਹੜੇ ਨੇ ਉਹ ਮੱਲਾ ਮਾਰੀ ਫਿਰਦੇ ਨੇ, ਗਰੀਬ ਬੰਦੇ ਜਿਹੜੇ ਨੇ ਦਿਹਾੜੀ ਕਰ ਰਹੇ ਨੇ। ਅਸੀਂ ਤੇ ਕਹਿਣਾ ਜੀ 400 ਘਰ ਹੈ ਸਾਡੇ ਪਿੰਡ ਦਾ, ਸਾਰੇ ਬੈਠੇ ਨੇ, ਕਿਸੇ ਕੋ 5 ਮਰਲੇ, ਕਿਸੇ ਕੋ 10 ਮਰਲੇ ਜਗ੍ਹਾ ਹੈ। ਜਿਹੜੀ ਪੰਚਾਇਤੀ ਜ਼ਮੀਨ ਹੈ ਉਹ ਬੇਸ਼ੱਕ ਲੈ ਲੈਣ ਤੇ ਜਿਹੜੇ ਘਰਾਂ ਤੇ ਨਾ ਬਿਠਾਣ ਸਾਨੂੰ। ਅਸੀਂ ਨਿੱਕਾ ਬਾਲ ਬੱਚਾ ਪਾਲਣ ਦੇ, ਅਸੀਂ ਕਮਾਈ ਕਰਦੇ ਫਿਰ ਧੱਕੇ ਖਾ ਕੇ ਤੇ ਕੰਮ ਕਰਨ ਲੱਗੇ। ਸਾਡੇ ਮਕਾਨ ਢਾਤੇ, ਅਸੀਂ ਕਿੱਥੋਂ ਬਣਾ ਲਾਂਗੇ? 430 ਰੁਪਏ ਥੈਲਾ, 7000 ਨੂੰ ਇੱਟ ਹੋ ਗਈ ਹੈ। ਅਸੀਂ ਕਿੱਥੋਂ ਦੇਵਾਂਗੇ ਪੈਸੇ? 600 ਰੁਪਏ ਤੇ ਮਜ਼ਦੂਰ ਮੰਗ ਰਿਹਾ। ਦੇਖੋ, ਮਾਣੇਵਾਲ ਇਕੱਲੇ ਦਾ ਨਹੀਂ ਹੈ ਮਸਲਾ ਜਿਹੜਾ ਤੁਸੀਂ ਮੈਨੂੰ ਸਵਾਲ ਕੀਤਾ। ਇਹ ਜਿਹੜੇ ਕਬਜ਼ਾ ਵਾਰੰਟ ਜਾਰੀ ਹੋਏ ਨੇ, ਦਖਲ ਵਾਰੰਟ ਜਿਹੜੇ ਜਾਰੀ ਹੋਏ ਆ, ਇਹ ਕਾਫੀ ਸਾਰੇ ਪਿੰਡਾਂ ਦੇ ਹੈਗੇ ਆ ਦਖਲ ਵਾਰੰਟ, ਜਿਹਦੇ 'ਚ ਇੱਕ ਮਾਣੇਵਾਲ ਪਿੰਡ ਵੀ ਆ। ਮਾਣੇਵਾਲ ਪਿੰਡ ਹਾਲੇ ਅਸੀਂ ਜਾਣਾ ਹੈ ਕਿਉਂਕਿ ਡਿਪਾਰਟਮੈਂਟ ਤੋਂ ਕੁਝ ਜ਼ਰੂਰੀ ਕਾਗਜ਼ੀ ਕਾਰਵਾਈ ਜਿਹੜੀ ਕਰਨੀ ਸੀ ਉਹ ਅਸੀਂ ਲਗਭਗ ਕਰ ਲਈ ਆ। ਹੁਣ ਮਾਲ ਮਹਿਕਮਾ ਜਿਹੜਾ ਹੈ ਸਾਡੇ ਨਾਲ ਜਾਊਗਾ। ਮਾਲ ਮਹਿਕਮਾ ਸਾਨੂੰ ਇਹ ਦੱਸੂਗਾ ਤਸਦੀਕ ਕਰਕੇ ਕਿ ਕਿੰਨੀ ਜ਼ਮੀਨ ਜਿਹੜੀ ਹੈਗੀ ਆ ਉਹਦੇ 'ਚ ਲੋਕਾਂ ਨੇ ਮਕਾਨ ਬਣਾਏ ਆ ਤੇ ਕਿੰਨੀ ਜ਼ਮੀਨ ਦੇ ਵਿੱਚ ਜਿਹੜੀ ਹੈਗੀ ਆ ਖਾਲੀ ਆ, ਲੋਕ ਖੇਤੀ ਕਰਦੇ ਆ। ਫਿਲਹਾਲ ਵੇਲਾ ਹੋ ਗਿਆ ਇੱਕ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਖਬਰਾਂ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਹੇਗਾ। ਖੰਨਾ ਸ਼ਹਿਰ ਦੀ ਜੀਟੀਬੀ ਮਾਰਕੀਟ ਵਿਖੇ ਚੋਰਾਂ ਨੇ ਇੱਕੋ ਰਾਤ ਦੇ ਵਿੱਚ 3 ਸ਼ੋਰੂਮਾਂ ਨੂੰ ਨਿਸ਼ਾਨਾ ਬਣਾਇਆ। ਚੋਰਾਂ ਨੇ ਸ਼ੋਰੂਮਾਂ ਦੇ ਤਾਲੇ ਤੋੜ ਕੇ ਲੱਖਾਂ ਰੁਪਏ ਦੀ ਨਕਦੀ, ਸੀਸੀਟੀਵੀ ਕੈਮਰੇ, ਸਿਲੰਡਰ, ਦਸਤਾਵੇਜ਼ ਅਤੇ ਹੋਰ ਸਮਾਨ ਚੋਰੀ ਕਰ ਲਿਆ। ਚੋਰੀ ਦੀ ਵਾਰਦਾਤਾਂ ਕਾਰਨ ਬਾਜ਼ਾਰ ਵਿੱਚ ਦਹਿਸ਼ਤ ਦਾ ਮਾਹੌਲ ਹੈ। ਉੱਥੇ ਹੀ ਪੁਲਿਸ ਟੀਮਾਂ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ। ਕੈਫੇ ਹੈ ਜੀ, 올ਡ ਸਕੂਲ ਕੈਫੇ ਹੈ ਜੀ। ਇਹ ਬੰਦੇ ਟੱਪ ਕੇ ਆਏ ਜੀ ਪਿੱਛੋਂ, ਉੱਪਰੋਂ ਸਾਡੇ 2 ਸਿਲੰਡਰ ਲੈ ਗਏ ਜੀ, 5000 ਕੈਸ਼ ਲੈ ਗਏ ਜੀ, ਕਰੋਕਰੀ ਲੈ ਗਏ, DVR ਲੈ ਗਏ ਜੀ ਤੇ 3 ਕੈਮਰੇ ਲੈ ਗਏ ਸਾਡੇ। ਤੇ ਕਿੰਨੇ ਦਾ ਨੁਕਸਾਨ ਹੋਇਆ ਤੁਹਾਡਾ? ਕਿੰਨੇ ਤਕਰੀਬਨ 50 ਤੋਂ ਲੱਖ ਰੁਪਏ ਦਾ ਨੁਕਸਾਨ ਲਾ ਕੇ ਚੱਲੋ ਜੀ। ਹਾਲੇ ਅੰਦਾਜ਼ਨ ਹੋਇਆ ਨਹੀਂ? ਨਾ ਜੀ, ਹਾਲੇ ਤਾਂ ਤਾਰਾਂ ਤੂਰਾ ਸਾਰੀ ਵੱਢ ਗਈ ਜੀ, ਪੂਰੀਆਂ ਤਾਰਾਂ ਦਾ ਵੀ ਹੈ ਵਿੱਚ। ਹਾਂਜੀ ਸਰ। ਪੁਲਿਸ ਨੂੰ ਤੁਸੀਂ ਸੂਚਿਤ ਕੀਤਾ ਇਸ ਸੰਬੰਧ ਵਿੱਚ? ਹਾਂਜੀ, ਪੁਲਿਸ ਨੂੰ ਕੰਪਲੇਂਟ ਲਿਖਾਤੀ ਜੀ, ਅਸੀਂ ਸੂਚਿਤ ਕਰਤਾ ਜੀ। ਤੇ ਕਿੰਨੇ ਕਿੱਥੇ ਆਲੇ ਦੁਆਲੇ ਜਿਹੜੇ ਹੈਗੇ ਆ ਬਿਲਡਿੰਗਾਂ 'ਚ? ਇਹ ਹੋ ਗਈ 3-4 ਦੁਕਾਨਾਂ ਤੇ ਚੋਰੀ ਕਰਕੇ ਲੈ ਕੇ ਗਏ ਜੀ। ਸਰ ਐਕਚੁਅਲੀ ਇਦਾਂ ਹੈ ਕਿ ਹੈ ਨਾ, ਜਦ ਅਸੀਂ ਮਾਰਨਿੰਗ ਆਫਿਸ ਆ ਕੇ ਸਟਾਫ ਨੇ ਆਫਿਸ ਖੋਲ੍ਹਿਆ ਤਾਂ ਸਾਰੇ ਲੌਕ ਟੁੱਟੇ ਹੋਏ ਸੀਗੇ। ਤਾਂ ਲੌਕ ਟੁੱਟੇ ਹੋਏ ਸੀ ਤਾਂ ਸਾਡੀ ਸਾਰੀ ਬਿਲਡਿੰਗ ਦੇ ਵਿੱਚ ਚੋਰੀ ਹੋਈ ਆ, ਜਿਹਦੇ ਕਰਕੇ ਜਿਹੜਾ ਸਾਡਾ ਸਾਰਾ ਕੈਸ਼ ਸੀਗਾ ਉਹ ਸਾਰਾ ਲੈ ਗਏ ਨੇ। ਤੇ ਕਿੰਨਾ ਕੁ ਆਪਣਾ ਜਿਹੜਾ ਹੈਗਾ ਚੋਰੀ? ਸਰ ਸਾਡਾ ਜਿਹੜਾ ਕੈਸ਼ ਸੀਗਾ ਲੱਖ ਤੋਂ ਉੱਤੇ ਦਾ ਸੀਗਾ ਜੀ, 1 ਲੱਖ ਤੋਂ ਉੱਤੇ ਦਾ। ਤੇ ਕੁਝ ਸੀਸੀਟੀਵੀ ਕੈਮਰੇ 'ਚ ਆਇਆ ਕੁਝ ਸਾਹਮਣੇ? ਸਰ ਹਾਲੇ ਤੱਕ ਸੀਸੀਟੀਵੀ ਕੈਮਰੇ ਚੈੱਕ ਕਰ ਰਹੇ ਹਾਂ, ਹਾਲੇ ਤੱਕ ਤਾਂ ਫਿਲਹਾਲ ਕੁਝ ਨਹੀਂ, ਕਿਉਂਕਿ ਕੈਮਰੇਜ਼ ਦੇ ਨਾਲ ਕੋਈ ਛੇੜਖਾਨੀ ਕੀਤੀ ਹੋਈ ਹੈ, ਜਿਸ ਕਰਕੇ ਹਾਲੇ ਕੁਝ ਨਿਕਲ ਰਿਹਾ। ਬਟ ਅਸੀਂ ਸਾਰੀ ਫੁਟੇਜ ਦਿੱਤੀ ਹੋਈ ਹੈ ਅੱਗੇ ਕਢਾਉਣ ਲਈ। ਧਿਆਨ ਚਾਹੀਏ ਵੀ ਤੇ ਚੋਰੀ ਹੋਇਆ 7 ਦੇ 8 ਸ਼ਾਪ ਦੇ ਵਿੱਚ, ਉਹ ਅਸੀਂ ਵੈਰੀਫਾਈ ਕਰ ਰਹੇ ਹਾਂ ਤੇ ਜਿਹੜੇ ਕੈਮਰੇ ਲੱਗੇ ਨੇ ਉਹਨੂੰ ਘੰਗਾੜ ਰਹੇ ਹਾਂ। ਹੁਣ ਉਹ ਤਫਤੀਸ਼ ਕਰ ਰਹੇ ਆ ਕਿੰਨੇ ਲੈ ਕੇ ਨੇ, ਇਹਨਾਂ ਨੂੰ ਐਗਜ਼ੈਕਟ ਵਾਲੇ ਪਤਾ ਨਹੀਂ ਵੀ ਕਿੰਨੇ ਲੈ ਕੇ ਨੇ। ਜਿਹੜੇ ਇਹਨਾਂ ਦੀ ਚੋਰੀ ਹੋਈ ਆ ਉਹ ਕਹਿੰਦੇ ਅਸੀਂ ਵੈਰੀਫਾਈ ਕਰਕੇ ਤੁਹਾਨੂੰ ਦੱਸਦੇ ਹਾਂ, ਵੈਰੀਫਾਈ ਕਰਨ ਬਾਅਦ ਜਿਹੜੀ ਬਣਦੀ ਕਾਰਵਾਈ ਕਰਾਂਗੇ। ਲੁਧਿਆਣਾ ਦੇ ਲਾਡੋਵਾਲ ਥਾਣੇ ਦੀ ਪੁਲਿਸ ਨੂੰ ਮਿਲੀ ਸਫਲਤਾ। 1 ਮਈ ਨੂੰ ਲਾਡੋਵਾਲ ਟੋਲ ਪਲਾਜ਼ਾ ਤੇ ਕਾਰ ਦੀ ਲੁੱਟ ਕਰਨ ਵਾਲੇ ਲੁਟੇਰਿਆਂ ਨੂੰ ਮੋਗੇ ਤੋਂ ਕਾਬੂ ਕੀਤਾ ਗਿਆ। ADCP ਅਸ਼ਵਨੀ ਗੋਟਿਲ ਨੇ ਦੱਸਿਆ ਹੈ ਕਿ ਦੋਸ਼ੀਆਂ ਨੇ ਚੰਡੀਗੜ੍ਹ ਤੋਂ ਲੁਧਿਆਣੇ ਆਉਣ ਲਈ ਟੈਕਸੀ ਬੁੱਕ ਕੀਤੀ ਸੀ ਅਤੇ ਉਸ ਤੋਂ ਬਾਅਦ ਲੁਧਿਆਣਾ ਟੋਲ ਪਲਾਜ਼ਾ ਤੇ ਆ ਕੇ ਡਰਾਈਵਰ ਨੂੰ ਪਿਸਤੌਲ ਦਿਖਾ ਕੇ ਕਾਰ ਦੀ ਲੁੱਟ ਕੀਤੀ ਸੀ ਅਤੇ ਡਰਾਈਵਰ ਕੋਲੋਂ 2000 ਰੁਪਏ ਵੀ ਲੁੱਟ ਲਏ ਸੀ। ਦੱਸਿਆ ਜਾ ਰਿਹਾ ਹੈ ਕਿ ਕਾਬੂ ਕੀਤੇ ਗਏ ਲੁਟੇਰੇ ਪਹਿਲਾਂ ਵੀ ਕਈ ਵਾਰਦਾਤਾਂ ਕਰ ਚੁੱਕੇ ਨੇ। ਮਾਮਲਾ ਇੰਨਾ ਸ਼ੁਰੂ ਹੋਇਆ ਸੀ ਕਿ ਇੱਕ ਤਾਰੀਖ 1 ਮਈ ਨੂੰ ਇਹਨਾਂ ਨੇ ਚੰਡੀਗੜ੍ਹ ਤੋਂ ਇੱਕ ਗੱਡੀ ਬੁੱਕ ਕੀਤੀ ਸੀ। ਇਨ ਡਰਾਈਵ ਐਪ ਹੈਗਾ, ਜਿਵੇਂ ਆਪਕਾ ਓਲਾ ਉਬਰ ਹੈ, ਉसी तरह एक इन ड्राइव ऐप है जो जिथे तुसी अगर आउट स्टेशन जाना चाहते हो तो बुक कर सकते हो।
ਤੋ ਇਹਨਾਂ ਨੇ ਇੱਕ ਗੱਡੀ ਬੁੱਕ ਕੀਤੀ ਸੀ ਥਰੂ ਇਨਡਰਾਈਵ ਐਪ ਲੁਧਿਆਣਾ ਆਉਣ ਨੂੰ। ਲੁਧਿਆਣਾ ਜਿਵੇਂ ਇਹਨਾਂ ਨੇ ਲੁਧਿਆਣਾ ਪਹੁੰਚੇ ਸਵੇਰੇ 6 ਵਜੇ, ਉਹਨਾਂ ਨੂੰ ਇੱਕ ਜੋ ਵੈਪਨ ਦਿਖਾਇਆ ਕਿਹੜੀ ਡਰਾਈਵਰ ਨੂੰ, ਔਰ ਉਹਨਾਂ ਤੋਂ 2000 ਰੁਪਏ ਵੀ ਖੋਹ ਲਈ ਔਰ ਗੱਡੀ ਵੀ ਖੋਹ ਕਰਕੇ ਚੱਲ ਗਏ ਉੱਥੋਂ ਦੀ। तो बाद च सानू थ्रू फुटेज CCTV फुटेजेस हो गए ने और मोबाइल लोकेशंस हो गए, अलग अलग टेक्निक के थ्रू आप उन्होंने तक पहुँचे मोगे तक। ਬੁੱਧਵਾਰ ਤੜਕ ਸਵੇਰੇ ਲੁਧਿਆਣਾ ਦੀ ਸ਼ੁਭਾਨੀ ਬਿਲਡਿੰਗ ਚੌਂਕ ਵਿਖੇ ਸਪੇਅਰ ਪਾਰਟਸ ਦੀ ਦੁਕਾਨ ਤੇ ਭਿਆਨਕ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ। ਦੱਸ ਦਈਏ ਕਿ ਸੂਚਨਾ ਮਿਲਦੇ ਹੀ ਮੌਕੇ ਤੇ ਫਾਇਰ ਬ੍ਰਿਗੇਡ ਦੀਆਂ 8 ਤੋਂ 10 ਗੱਡੀਆਂ ਪਹੁੰਚੀਆਂ, ਜਿਨ੍ਹਾਂ ਵੱਲੋਂ ਅੱਗ ਤੇ ਕਾਬੂ ਪਾਇਆ ਗਿਆ। ਗਨੀਮਤ ਰਹੀ ਕਿ ਹਾਦਸੇ ਵਿੱਚ ਕੋਈ ਵੀ ਜਾਨੀ ਨੁਕਸਾਨ ਦੀ ਖਬਰ ਸਾਹਮਣੇ ਨਹੀਂ ਹੈ। ਸਾਡੇ ਇਲਾਕੇ 'ਚ ਜਿਹੜੀ ਅੱਗ ਲੱਗੀ ਬੜੀ ਭਿਆਨਕ ਅੱਗ ਲੱਗੀ ਹੈ, ਜਿਹਦੇ ਕਰਕੇ ਬਹੁਤ ਜ਼ਿਆਦਾ ਲੋਕਾਂ 'ਚ ਰੋਸ਼ ਹੈ ਕਿ ਉਹ ਭੀੜੀਆਂ ਗਲੀਆਂ ਜਿਹਦੇ ਕਰਕੇ ਬਹੁਤ ਦਿੱਕਤ ਆ ਰਹੀ ਹੈ। ਮਗਰ ਫਿਰ ਵੀ ਫਾਇਰ ਬ੍ਰਿਗੇਡ ਨੇ ਜੋ ਕੰਮ ਕੀਤਾ ਬਹੁਤ ਵਧੀਆ ਸ਼ਲਾਘਾਯੋਗ ਹੈ, ਜਿਨ੍ਹਾਂ ਨੇ ਆਰਟ ਦੀ ਸਪੋਰਟ ਆ ਕੇ ਫਟਾਫਟ ਉਹਨਾਂ ਨੇ ਜਿਹੜੀ ਅੱਗ ਨੂੰ ਕਾਬੂ ਕੀਤਾ। ਮਗਰ ਜਿਹੜਾ ਵੀ ਨੁਕਸਾਨ ਹੋਇਆ ਜਿਸ ਦੁਕਾਨ ਦਾ, ਉਹ ਬਹੁਤ ਹੀ ਦੁਖੀਯੋਗ ਹੈ, ਕਿਉਂ ਅੱਜ ਕੱਲ੍ਹ ਮਾਰ ਪਹਿਲੇ ਹੀ ਹੈ, ਜੋ ਇਹਨਾਂ ਨੂੰ ਨੁਕਸਾਨ ਹੋ ਗਿਆ ਉਹ ਪਹਿਲੇ ਇਹਨੇ ਪਰੇਸ਼ਾਨ ਹੈ। ਸਵੇਰੇ 6 ਵਜੇ ਡੇਲੀ ਆਪਣੀ ਦੁਕਾਨ ਤੇ ਆਉਂਦਾ ਵਾਂ। ਸਾਡਾ ਚਾਹ ਤੋਂ ਨਾਲ ਕੱਪੜੇ ਦਾ ਕੰਮ ਹੈਗਾ ਤੇ ਪੌਣੇ ਘੰਟੇ ਬਾਅਦ ਸਾਨੂੰ ਪਤਾ ਲੱਗਿਆ ਬੈਕ ਸਾਈਡ ਤੋਂ ਧੂੰਆਂ ਨਿਕਲਦਾ ਵਾ ਸਾਡੀ ਇਨਵੇਟਰ ਵਾਲੀ ਗਲੀ ਦੇ ਵਿੱਚੋਂ। ਤੇ ਜਦੋਂ ਦੇਖਿਆ ਸੀ ਆ ਕੇ ਤੇ ਨੀਚੋਂ ਦੀ ਅੱਗ ਦੀ ਚਿੰਗਾਰੀਆਂ ਨਿਕਲਦੀਆਂ ਪਈਆਂ ਸੀ। ਅਸੀਂ 8-10 ਬਾਲਟੀਆਂ ਪਾਣੀ ਦੀ ਪਾਉਣ ਦੀ ਕੋਸ਼ਿਸ਼ ਕੀਤੀ ਤੇ ਪਤਾ ਲੱਗਿਆ ਬੰਬੇ ਸਕੂਟਰਾਂ ਵਾਲੇ ਹੈਗੇ ਨੇ ਸਾਡੇ ਨਾਲ, ਉਹਨਾਂ ਦੀ 2 ਫਰੰਟ ਤੋਂ ਦੁਕਾਨਾਂ ਨੇ, ਬੈਕ ਸਾਈਡ ਤੋਂ ਤੇ ਬਰਾਊਨ ਰੋਡ ਵੱਲੋਂ। ਤੇ ਦੇਖਿਆ ਜੀ ਅੱਗ ਕਾਫੀ ਭੰਬੜੀ ਮੱਚੀ ਵੀ ਸੀ। ਮੈਂ ਉਹਨਾਂ ਨੂੰ ਫੋਨ ਕਰਨ ਦੀ ਕੋਸ਼ਿਸ਼ 2-3 ਵਾਰੀ ਕੀਤੀ, ਨਹੀਂ ਮਿਲਿਆ। ਫਿਰ ਮੈਂ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ। ਫਾਇਰ ਬ੍ਰਿਗੇਡ ਵੱਧ ਤੋਂ ਵੱਧ 20 ਜਾਂ 25 ਮਿੰਟ ਬਾਅਦ ਫਾਇਰ ਬ੍ਰਿਗੇਡ ਪਹੁੰਚ ਚੁੱਕੀ ਸੀ। ਤੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਵਿਖੇ ਸਥਿਤ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸ ਯੂਨੀਵਰਸਿਟੀ ਦੇ ਨਾਨ ਟੀਚਿੰਗ ਇੰਪਲਾਈਜ਼ ਯੂਨੀਅਨ ਦੇ 6ਵੇਂ ਪੇ ਕਮਿਸ਼ਨ ਦੀ ਤਨਖਾਹ ਵਧਾਉਣ ਅਤੇ ਨਵੀਂ ਭਰਤੀ ਨੂੰ ਮੰਗ ਨੂੰ ਲੈ ਕੇ ਮੈਨੇਜਮੈਂਟ ਖਿਲਾਫ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਉਹਨਾਂ ਵੱਲੋਂ ਕਿਹਾ ਗਿਆ ਕਿ ਲੰਮੇ ਸਮੇਂ ਤੋਂ ਸਰਕਾਰ ਵੱਲੋਂ ਉਹਨਾਂ ਦੀ ਸੁਣਵਾਈ ਨਹੀਂ ਕੀਤੀ ਜਾ ਰਹੀ। ਪ੍ਰੋਟੈਸਟ ਜੀ ਸਾਡੀਆਂ ਕਈ ਮੰਗਾਂ ਨੇ ਜੀ, ਸਾਡਾ 6ਵੇਂ ਪੇ ਕਮਿਸ਼ਨ ਨੂੰ ਲੈ ਕੇ ਤੇ ਸਾਡੀਆਂ ਹੋਰ ਮੰਗਾਂ ਜਿਹੜੀਆਂ ਸਾਡੇ ਵਾਈਸ ਚਾਂਸਲਰ ਸਾਹਿਬ ਦੇ ਨਾਲ ਲੰਬੇ ਨੇ ਬੜੇ ਸਮੇਂ ਤੋਂ, ਉਹਦੇ ਬਾਰੇ ਅਸੀਂ ਅੱਜ ਪ੍ਰੋਟੈਸਟ ਕਰ ਰਹੇ ਹਾਂ। ਇਹ ਪ੍ਰੋਟੈਸਟ ਸਾਡਾ ਕਾਫੀ ਦੇਰ ਤੋਂ ਚੱਲਦਾ ਆ ਰਿਹਾ। ਇਹਦੇ ਬਾਰੇ ਅਸੀਂ ਜਾਣੂ ਵੀ ਕਰਾਇਆ ਆਪਣੀਆਂ ਅਧਿਕਾਰੀਆਂ ਨੂੰ, ਯੂਨੀਵਰਸਿਟੀ ਦਿਆਂ ਨੂੰ। ਤਕਰੀਬਨ 6 ਮਹੀਨਿਆਂ ਤੋਂ ਉਹਨਾਂ ਨਾਲ ਗੱਲਬਾਤ ਚੱਲ ਰਹੀ ਹੈ ਸਾਡੀ ਤੇ ਉਹਦਾ ਫਾਲੋਅਪ ਚੱਲ ਰਿਹਾ, ਲੇਕਿਨ ਸਾਡੀਆਂ ਇਹ ਮੰਗਾਂ ਨਾ ਪੂਰੀਆਂ ਹੋਣ ਕਰਕੇ ਸਾਡੀਆਂ ਕਈ ਰੋਸ ਰੈਲੀਆਂ ਕੀਤੀਆਂ ਗਈਆਂ ਸਾਡੇ ਵੱਲੋਂ। ਤੇ ਹੁਣ ਸਾਡੇ ਇਹ ਰੋਸ ਰੈਲੀਆਂ ਹੌਲੀ ਹੌਲੀ ਬੜੀਆਂ ਤਿੱਖਾ ਸ਼ੇਪ ਲੈਂਦੀ ਹੋਈ ਅੱਜ ਇਹ ਧਰਨੇ ਦੇ ਰੂਪ ਦੇ ਵਿੱਚ 8ਵਾਂ ਧਰਨਾ ਸਾਡਾ ਲਗਾਤਾਰਤਾ ਦੇ ਵਿੱਚ ਆ ਜੀ ਸਾਡਾ ਇਹਦੇ ਵਿੱਚ ਸਾਡਾ ਜਿਹੜਾ ਮੇਨ ਮੁੱਦਾ ਇਹਦੇ 6ਵੇਂ ਪੇ ਕਮਿਸ਼ਨ ਦਾ ਆ, ਬਜਟ ਜਿਹੜਾ ਸਾਨੂੰ ਸਰਕਾਰ ਵੱਲੋਂ ਨਹੀਂ ਮਿਲ ਰਿਹਾ ਜੀ, ਉਹਦੇ ਰਿਗਾਰਡਿੰਗ ਅਸੀਂ ਵੱਖੋ ਵੱਖਰੇ ਮੰਗ ਪੱਤਰ ਸਾਡੇ ਮਾਣਯੋਗ CM ਸਾਹਿਬ ਨੂੰ ਦੇ ਚੁੱਕੇ ਹਾਂ। ਜਿਹੜਾ ਮੈਮੋਰੈਂਡਮ ਸਾਡੇ ਉਹਨਾਂ ਦੇ ਐਡੀਸ਼ਨਲ ਚੀਫ ਸੈਕਟਰੀ ਸਾਹਿਬ ਨੇ ਰਿਸੀਵ ਕੀਤਾ ਸੀ, ਵੀਨੂ ਪ੍ਰਸਾਦ ਜੀ ਨੇ। ਦੂਸਰਾ ਸਾਡਾ ਮੰਗ ਪੱਤਰ ਅਸੀਂ ਕੁਲਦੀਪ ਸਿੰਘ ਧਾਲੀਵਾਲ ਜੀ ਨੂੰ ਦੇ ਚੁੱਕੇ ਹਾਂ, ਜਿਹੜੇ ਪਸ਼ੂ ਪਾਲਣ ਮੰਤਰੀ ਨੇ ਸਾਡੇ ਮਹਿਕਮੇ ਦੇ। ਉਹਨਾਂ ਨੂੰ ਵੀ ਅਸੀਂ ਇਹਦੇ ਬਾਰੇ ਜਾਣੂ ਕਰਵਾ ਚੁੱਕੇ ਹਾਂ ਕਿ ਸਾਡੇ ਜਿਹੜੀ PAU ਯੂਨੀਵਰਸਿਟੀ ਆ ਜਾਂ ਹੋਰ ਯੂਨੀਵਰਸਿਟੀਆਂ ਪੰਜਾਬ ਸਰਕਾਰ ਦੀਆਂ ਹੈਗੀਆਂ ਨੇ, ਉਹਨਾਂ ਨੂੰ ਬਜਟ ਮਿਲ ਚੁੱਕਿਆ ਹੈ, ਪਰ ਸਾਨੂੰ ਬਜਟ ਹਾਲੇ ਤੱਕ ਨਹੀਂ ਮਿਲ। ਲੁਧਿਆਣਾ ਨਗਰ ਨਿਗਮ ਜ਼ੋਨ A ਵਿੱਚ ਮੁਲਾਜ਼ਮ ਸੰਘਰਸ਼ ਕਮੇਟੀ ਦੇ ਮੈਂਬਰ ਨੇ ਆਪਣੀ ਮੰਗਾਂ ਨੂੰ ਲੈ ਕੇ ਨਵੀਂ ਆਈ ਨਗਰ ਨਿਗਮ ਕਮਿਸ਼ਨਰ ਸੀਨਾ ਅਗਰਵਾਲ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਨੂੰ ਆ ਰਹੀ ਮੁਸ਼ਕਲਾਂ ਤੋਂ ਜਾਣੂ ਕਰਵਾਇਆ। ਇਸ ਮੌਕੇ ਨਿਗਮ ਕਮਿਸ਼ਨਰ ਨੇ ਕਿਹਾ ਹੈ ਕਿ ਮੁਲਾਜ਼ਮਾਂ ਨੂੰ ਜੋ ਵੀ ਸਮੱਸਿਆਵਾਂ ਆ ਰਹੀਆਂ ਨੇ ਉਹਨਾਂ ਦਾ ਜਲਦ ਤੋਂ ਜਲਦ ਹੱਲ ਕੀਤਾ ਜਾਵੇਗਾ। ਅੱਜ ਮਿਊਨਿਸਪਲ ਇੰਪਲਾਈਜ਼ ਸੰਘਰਸ਼ ਕਮੇਟੀ ਨਗਰ ਲੁਧਿਆਣਾ ਦਾ ਮੈਡਮ ਨਵੇਂ ਜ਼ੋਨਲ ਜਿਹੜੇ ਕਮਿਸ਼ਨਰ ਸਾਹਿਬ ਅਗਰਵਾਲ ਜੀ ਦਾ, ਸ਼ਾਨਾ ਅਗਰਵਾਲ ਜੀ ਦਾ ਜ਼ੋਨ ਇਹਦੇ ਪਹੁੰਚਣ ਦੇ ਉਹਨਾਂ ਦਾ ਸਵਾਗਤ ਕੀਤਾ ਗਿਆ, ਜਿਸ ਦੇ ਵਿੱਚ ਸਾਡੇ ਸਫਾਈ ਕਰਮਚਾਰੀ ਯੂਨੀਅਨ, ਸੈਂਟਰੀ ਸੁਪਰਵਾਈਜ਼ਰ ਯੂਨੀਅਨ, ਸੀਵਰਮੈਨ ਕਰਮਚਾਰੀ ਯੂਨੀਅਨ, ਡਰਾਈਵਰ ਯੂਨੀਅਨ ਅਤੇ ਜਿਹੜੇ ਮਾਲੀ ਬੇਲਦਾਰ ਯੂਨੀਅਨ ਹੈ, ਉਹਨਾਂ ਵੱਲੋਂ ਸਾਂਝੇ ਤੌਰ ਤੇ ਭਾਰੀ ਗਿਣਤੀ ਦੇ ਵਿੱਚ ਮੈਡਮ ਜੀ ਦਾ ਇੱਥੇ ਪਹੁੰਚ ਕੇ ਗੁਲਦਸਤੇ ਦੇ ਕੇ ਉਹਨਾਂ ਨੂੰ ਜਿਹੜਾ ਵਾ ਜੀ ਆਇਆਂ ਕਿਹਾ ਗਿਆ। ਤੇ ਉਹਨਾਂ ਤੋਂ ਇਹ ਮੰਗ ਕੀਤੀ ਗਈ ਕਿ ਅਸੀਂ ਹਮੇਸ਼ਾ ਪ੍ਰਸ਼ਾਸਨ ਦੇ ਨਾਲ ਪੋਜ਼ਿਟਿਵ ਰਹੇ ਹਾਂ ਤੇ ਸਾਡੀਆਂ ਜਿਹੜੀਆਂ ਮੁਲਾਜ਼ਮਾਂ ਦੀਆਂ ਖਾਸ ਕਰਕੇ 2 ਮੰਗਾਂ ਨੇ। ਇੱਕ ਤਾਂ ਅੱਜ ਜਿਹੜੀ 18 ਤਰੀਕ ਹੋ ਗਈ ਹੈ ਤੱਕ ਜਿਹੜਾ ਵਾ ਇਹ ਕੁਛ ਜਿਹੜੇ DC ਦੇ ਕਰਮਚਾਰੀ ਹੈ, ਭਾਵੇਂ ਉਹ ਸਫਾਈ ਸੇਵਕ ਹੈ, ਸੀਵਰਮੈਨ ਹੈ ਜਾਂ ਮਾਲੀ ਬੇਲਦਾਰ, ਉਹਨਾਂ ਦੀ ਤਨਖਾਹ ਨਹੀਂ ਮਿਲੀ। ਦੂਸਰਾ ਜਿਹੜੇ ਸਾਡੇ ਪਿਛਲੇ ਦਿਨੀ ਪਹਿਲੇ ਕਮਿਸ਼ਨਰ ਮਾਨਯੋਗ ਸ਼੍ਰੀ ਪ੍ਰਦੀਪ ਸੱਭਰਵਾਲ ਜੀ ਨਾਲ ਮੀਟਿੰਗ ਹੋਈ ਸੀ, ਉਹਦੀ ਜਿਹੜੀ ਮੀਟਿੰਗ ਦੀ ਪ੍ਰੋਸੀਡਿੰਗ ਆ 4 ਤਰੀਕ ਦੀ ਮੀਟਿੰਗ ਹੋਈ ਹੈ ਤੇ 14 ਦਿਨ ਬਾਅਦ ਵੀ ਉਹ ਜਾਰੀ ਨਹੀਂ ਕੀਤੀ ਗਈ। ਸਾਡੇ ਨਗਰ ਨਿਗਮ ਲੁਧਿਆਣਾ ਦੇ ਸਮੂਹ ਦਰਜਾ 4 ਕਰਮਚਾਰੀਆਂ ਦੀ ਯੂਨੀਅਨਾਂ ਨੂੰ ਅੱਜ ਮੈਂ ਮਿਲੀ ਹਾਂ ਤੇ ਸਾਰਿਆਂ ਨੂੰ ਮਿਲ ਕੇ ਬਹੁਤ ਚੰਗਾ ਲੱਗਿਆ। ਮੈਂ ਸਾਰੇ ਕਰਮਚਾਰੀਆਂ ਦੀ ਉਹਨਾਂ ਦੀ ਗੱਲਾਂ ਸੁਣੀਆਂ, ਉਹਨਾਂ ਦੀ ਜਿਹੜੀ ਮੁੱਖ ਮੰਗਾਂ ਸੀ ਉਹ ਵੀ ਸੁਣੀਆਂ ਹੈ ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਆਪਣੇ ਕਰਮਚਾਰੀਆਂ ਦੀ ਜੋ ਮੰਗਾਂ ਹੈ ਉਹਨਾਂ ਨੂੰ ਪੂਰਾ ਕਰੀਏ ਤੇ ਉਸ ਦੇ ਨਾਲ ਸਾਡੀ ਇਹ ਵੀ ਕੋਸ਼ਿਸ਼ ਰਹੇਗੀ ਕਿ ਸਾਰੇ ਨਗਰ ਨਿਗਮ ਦੇ ਕਰਮਚਾਰੀ ਤੇ ਸਾਰੇ ਅਧਿਕਾਰੀ ਸਾਰੇ ਅਸੀਂ ਮਿਲ ਕੇ ਸ਼ਹਿਰ ਦੀ ਬਿਹਤਰੀ ਲਈ ਕੰਮ ਕਰੀਏ
ਮੈਂ ਸਾਰੇ ਆਪਣੇ ਮੁਲਾਜ਼ਮਾਂ ਨੂੰ, ਕਰਮਚਾਰੀਆਂ ਨੂੰ ਅੱਜ ਇਹੀ ਅਪੀਲ ਕੀਤੀ ਹੈ। ਜਮਾਲਪੁਰ ਵਿੱਚ ਬਣੇ ਵਿਸ਼ਵਨਾਥ ਮੰਦਿਰ 'ਚ ਫੋਕਲ ਪੁਆਇੰਟ ਬਿਜਲੀ ਬੋਰਡ ਵੱਲੋਂ ਚੈਕਿੰਗ ਕੀਤੀ ਗਈ, ਜਿਸ ਤੋਂ ਬਾਅਦ ਨਾਰਾਜ਼ ਹੋਏ ਮੰਦਿਰ ਸ਼ਰਧਾਲੂਆਂ ਨੇ ਬਿਜਲੀ ਬੋਰਡ ਦਫ਼ਤਰ ਦੇ ਬਾਹਰ ਧਰਨਾ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ। ਉਹਨਾਂ ਕਿਹਾ ਕਿ ਬਿਜਲੀ ਬੋਰਡ ਦੇ ਅਧਿਕਾਰੀ ਜੁੱਤੀਆਂ ਪਾ ਕੇ ਮੰਦਿਰ ਅੰਦਰ ਗਏ ਅਤੇ ਉਹਨਾਂ ਨੇ ਬੇਅਦਬੀ ਕੀਤੀ ਹੈ। ਉਹਨਾਂ ਦਾ ਕਹਿਣਾ ਹੈ ਕਿ ਅਧਿਕਾਰੀਆਂ ਨੇ ਮੰਦਿਰ ਵਿੱਚ ਬਿਜਲੀ ਕੁੰਡੀ ਲਗਾ ਕੇ ਚਲਾਉਣ ਦਾ ਝੂਠਾ ਆਰੋਪ ਲਗਾਇਆ, ਜਿਸ ਦੇ ਰੋਸ ਵਜੋਂ ਸ਼ਰਧਾਲੂਆਂ ਨੇ ਬਿਜਲੀ ਵਿਭਾਗ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ। ਅੱਜ ਜਿਹੜੀ ਗੱਲ ਹੈ ਨਾ, ਆਪਣੇ ਸਾਰੇ ਹਿੰਦੂ ਸਮਾਜ ਨੂੰ ਕਹਿਣ ਆਇਆ ਮੈਂ ਇੱਥੇ ਕਿ ਆ ਧਰਨਿਆਂ ਨਾਲ ਕੁਝ ਨਹੀਂ ਹੋਣਾ। ਆਪਣੇ ਸਮਾਜ ਲਈ, ਆਪਣੇ ਧਰਮ ਨੂੰ, ਆਪਣੇ ਧਰਮ ਦੀ ਰੱਖਿਆ ਕਰਨ ਲਈ ਹਥਿਆਰ ਚੱਕ ਲਓ, ਕਿਉਂਕਿ ਹਥਿਆਰਾਂ ਤੋਂ ਬਿਨਾਂ ਜਿਹੜੀ ਸਾਨੂੰ ਇੱਕ ਨਪੁੰਸਕਤਾ, ਜਿਹੜਾ ਗਾਂਧੀ ਨੇ ਸਾਡੇ ਅੰਦਰ ਭਰਤੀ, ਅਹਿੰਸਾ ਪਰਮੋ ਧਰਮਾ, ਜਿਹੜਾ ਉਹ ਸ਼ਲੋਕ ਵੀ ਆ ਉਹ ਵੀ ਪੂਰਾ ਨਹੀਂ ਬੋਲਿਆ ਜਾਂਦਾ। ਉਹ ਬੋਲਿਆ ਕੀ ਜਾਣਾ ਚਾਹੀਦਾ? ਅਹਿੰਸਾ ਪਰਮੋ ਧਰਮਾ ਧਰਮੋ ਹਿੰਸਾ ਤਥਾ ਵਿੱਚ। ਇੱਕ ਜਿਹੜਾ ਨਕੰਮਾ ਅਫਸਰ ਸਾਡੇ ਮੰਦਿਰ ਦੇ ਅੰਦਰ ਬੂਟ ਪਾ ਕੇ ਵੜ ਰਿਹਾ ਕਿ ਉਹਨੂੰ ਮੰਦਿਰ ਦੀ ਮਰਿਆਦਾ ਦਾ ਨਹੀਂ ਪਤਾ। ਜਿਸ ਵੇਲੇ ਮੰਦਿਰ ਦੇ ਅੰਦਰ ਕੋਈ ਹੈ ਨਹੀਂ, ਮੰਦਿਰ ਦੇ ਤਾਲੇ ਤੋੜ ਕੇ ਤੇ ਅੰਦਰ ਵੜ ਕੇ ਆਪ ਹੀ ਕੁੰਡੀ ਲਗਾ ਕੇ ਤੇ ਮੰਦਿਰਾਂ ਨੂੰ ਬਦਨਾਮ ਕੀਤਾ ਜਾ ਰਿਹਾ ਕਿ ਮੰਦਿਰ ਵਾਲੇ ਕੁੰਡੀਆਂ ਲਾਉਂਦੇ ਨੇ। ਇਹ ਜਿਹੜੇ ਪੁਲਿਸ ਪ੍ਰਸ਼ਾਸਨ ਦੇ ਗੁੰਡੇ ਆ ਔਰ ਬਿਜਲੀ ਬੋਰਡ ਦੇ ਗੁੰਡੇ ਔਰ ਮੈਨੂੰ ਪਿਆਰ ਕਰਨ ਵਾਲੇ ਮੇਰੇ ਭਰਾਵਾਂ ਨੇ, ਜਿਨ੍ਹਾਂ ਨੂੰ ਲੋੜ ਸੀ ਹਲੇ ਵੀ ਇਹੋ ਜਿਹੀ ਐਜੀਟੇਸ਼ਨਾਂ ਚੱਲਦੀਆਂ ਰਹਿਣ, ਜਦੋਂ ਵੀ ਜ਼ੁਲਮ ਜਿਹੜਾ ਹੋਵੇ ਤੇ ਅਸੀਂ, ਮੈਂ ਤੇ ਮੁਕੇਸ਼ ਖੁਰਾਨਾ ਜੀ ਉਹ ਵੀ ਨਾਲ ਸੀਗੇ, ਵੀ ਅਸੀਂ ਆਵਾਜ਼ ਜਿਹੜੀ ਆ ਉਹ ਚੱਕਦੇ ਰਹੀਏ। ਉਸ ਕਰਕੇ ਸਾਡੇ ਸਾਥੀਆਂ ਵੱਲੋਂ ਰੋਕ ਲਿੱਤਾ ਗਿਆ, ਇਹਨਾਂ ਦੇ ਤਾਂ ਅਸੀਂ ਕਾਬੂ ਨਹੀਂ ਸੀ ਆਏ। ਤੇ ਮੈਂ ਫਿਰ ਵੀ ਕਹਿੰਦਾ ਜੇ ਇਹਨਾਂ ਨੇ ਨਾ ਕੀਤਾ ਕੁਛ ਤੇ ਸਾਡੇ ਵੱਲੋਂ ਸਲਫਾਸ ਦੀਆਂ ਗੋਲੀਆਂ ਜਿਹੜੀਆਂ ਖਾ ਕੇ ਉਹ ਆਤਮਦਾਹ ਕੀਤਾ ਜਾਏਗਾ। ਤੇ ਮੈਂ ਨਾਮ ਲਿਖੂੰਗਾ ਪੂਰੇ ਫੋਕਲ ਪੁਆਇੰਟ ਥਾਣੇ ਦਾ ਤੇ ਖਾਸ ਕਰ ਸੁਰਿੰਦਰ ਦਾ, ਜਿਹੜਾ ਕਿ ਅੱਜ ਐਸਐਚਓ ਬਣਿਆ ਹੋਇਆ। ਮੈਂ ਉਸ ਐਸਐਚਓ ਨੂੰ ਵੀ ਬੇਨਤੀ ਲਾਣਾ ਚਾਹੁੰਦਾ, ਜਿਹੜੇ ਐਸਐਚਓ ਰਹੇ ਹੈਗੇ ਆ, ਵੀ ਇਹੋ ਜਿਹੇ ਬੰਦੇ ਨੂੰ ਨਾ ਬਣਾਇਆ ਕਰੋ, ਇਹਨੇ ਬਿਪਤਾ ਪਾ ਦੇਣੀ ਹੈ। ਇਹ ਆ ਕੇ ਸਮਝਾਉਣ ਤੋਂ ਤਾਂ ਕੀ ਗਿਆ, ਮੈਨੂੰ ਆ ਕੇ ਸਾਈਡ ਤੇ ਕਹਿੰਦਾ ਫਿਰ ਕੀ ਹੋ ਗਿਆ, ਮੰਦਰ ਤੇ ਤਾਂ ਜੁਰਮਾਨੇ ਲੱਗਦੇ ਰਹਿੰਦੇ ਆ। ਉਹ ਮੰਦਰ ਤਾਂ ਠੀਕ ਹੈ, ਮੁੰਦਰ ਕੀ ਹੁੰਦਾ ਹੈ। ਮੌਸਮ ਨੇ ਇੱਕ ਵਾਰ ਫਿਰ ਤੋਂ ਕਰਵਟ ਲੈ ਲਈ ਹੈ ਅਤੇ ਇਸ ਦੇ ਨਾਲ ਹੀ ਖੰਨੇ ਵਿੱਚ ਪਈ ਹਲਕੀ ਬਰਸਾਤ ਕਾਰਨ ਤਾਪਮਾਨ ਵਿੱਚ ਕਾਫੀ ਗਿਰਾਵਟ ਆਈ ਹੈ ਅਤੇ ਤਪਦੀ ਗਰਮੀ ਤੋਂ ਰਾਹਤ ਮਿਲੀ ਹੈ। ਪਹਿਲਾਂ ਪੈ ਰਹੀ ਗਰਮੀ ਕਾਰਨ ਲੋਕ ਘਰੋਂ ਬਾਹਰ ਨਹੀਂ ਨਿਕਲ ਰਹੇ ਸੀ, ਉੱਥੇ ਹੀ ਹੁਣ ਹਲਕੀ ਬਰਸਾਤ ਨੇ ਲੋਕਾਂ ਨੂੰ ਰਾਹਤ ਦਿੱਤੀ ਹੈ। ਆਪਣੀ ਸਾਰੀ ਉਮਰ ਸਿੰਘ ਸੰਗਤਾਂ ਨੂੰ ਗੁਰੂ ਘਰ ਦੇ ਗੁਰਬਾਣੀ ਨਾਲ ਜੋੜਨ ਵਾਲੇ ਗੁਰਦੁਆਰਾ ਨਾਨਕਸਰ ਕਲੇਰਾਂ ਦੇ ਸੰਤ ਬਾਬਾ ਮੈਂਗਲ ਸਿੰਘ ਜੀ ਦੀ ਸਾਲਾਨਾ 13ਵੀਂ ਬਰਸੀ ਦੇ ਸਮਾਗਮ ਸੰਤ ਬਾਬਾ ਬਲਜੀਤ ਸਿੰਘ ਜੀ ਦੀ ਅਗਵਾਈ ਵਿੱਚ ਜਗਰਾਓਂ ਦੇ ਗੁਰਦੁਆਰਾ ਭੋਈ ਸਾਹਿਬ ਵਿਖੇ ਬੜੇ ਹੀ ਉਤਸ਼ਾਹ ਅਤੇ ਸਤਿਕਾਰ ਨਾਲ ਸ਼ੁਰੂ ਕੀਤਾ ਗਿਆ। ਇਸ ਮੌਕੇ 13 ਸ਼੍ਰੀ ਅਖੰਡ ਪਾਠ ਸਾਹਿਬ ਅਤੇ 2 ਸ਼੍ਰੀ ਜਪਜੀ ਸਾਹਿਬ ਦੇ ਪਾਠ ਵੀ ਆਰੰਭ ਕੀਤੇ ਗਏ, ਜਿਨ੍ਹਾਂ ਦੇ ਭੋਗ 19 ਮਈ ਨੂੰ ਪਾਈ ਜਾਣਗੇ। ਧੰਨ ਧੰਨ ਬਾਬਾ ਮੈਂਗਲ ਸਿੰਘ ਜੀ ਦੀ 13ਵੀਂ ਬਰਸੀ ਅੱਜ 17 ਤਰੀਕ ਨੂੰ ਅਖੰਡ ਪਾਠ ਪ੍ਰਕਾਸ਼ ਹੋਏ ਹੈ। 13 ਅਖੰਡ ਪਾਠਾਂ ਦੀ ਲੜੀ ਪ੍ਰਕਾਸ਼ ਕੀਤੀ ਗਈ ਹੈ। 2 ਜਪਜੀ ਸਾਹਿਬ ਦੇ ਅਖੰਡ ਪਾਠ ਪ੍ਰਕਾਸ਼ ਹੋਏ ਹੈ, ਜਿਨ੍ਹਾਂ ਦੇ ਭੋਗ 19 ਤਰੀਕ ਨੂੰ ਵੀਰਵਾਰ ਨੂੰ ਪੈਣਗੇ। ਸਾਰੀ ਸਾਧ ਸੰਗਤ, ਬਾਬਿਆਂ ਦੀਆਂ ਸੰਗਤਾਂ, ਬਾਬਿਆਂ ਦੇ ਸੇਵਾਦਾਰ ਹੁਮ ਹੁਮਾ ਕੇ ਪੁੱਜਣ ਤੇ ਲਾਭ ਉਠਾਉਣ। ਤੇ 19 ਤਰੀਕ ਨੂੰ ਭੋਗ ਦੇ ਸਮੇਂ ਅੱਖਾਂ ਦਾ ਫ੍ਰੀ ਚੈੱਕਅਪ ਕੈਂਪ ਲਗਾਇਆ ਜਾਵੇਗਾ। ਜਾਣ ਤੋਂ ਪਹਿਲਾਂ ਇੱਕ ਨਜ਼ਰ ਅਹਿਮ ਸੁਰਖੀਆਂ ਤੇ। ਨੌਜਵਾਨ ਨੂੰ ਕੁੱਟ-ਕੁੱਟ ਕੇ ਮਾਰਨ ਵਾਲੇ 3 ਨਿਹੰਗ ਗ੍ਰਿਫਤਾਰ। 3 ਨਿਹੰਗ ਸਿੰਘਾਂ ਸਮੇਤ 3 ਹੋਰ ਨੂੰ ਕੀਤਾ ਗਿਆ ਗ੍ਰਿਫਤਾਰ। ਇਹ ਵੀ ਦੱਸਿਆ ਜਾ ਰਿਹਾ ਕਿ ਨਿਹੰਗਾਂ ਦਾ ਪੰਚਾਇਤੀ ਜ਼ਮੀਨ ਤੇ ਹੈ ਕਬਜ਼ਾ। ਸਰਕਾਰੀ ਬੱਸਾਂ ਦੇ ਕੱਚੇ ਮੁਲਾਜ਼ਮਾਂ ਵੱਲੋਂ ਕੀਤੀ ਗਈ ਹੜਤਾਲ। ਮੁਲਾਜ਼ਮਾਂ ਵੱਲੋਂ ਸਰਕਾਰ ਖਿਲਾਫ ਪ੍ਰਗਟਾਇਆ ਗਿਆ ਰੋਸ। ਕਿਹਾ ਜੇ ਮੰਗਾਂ ਨਾ ਮੰਨੀਆਂ ਤਾਂ ਸੰਘਰਸ਼ ਹੋਵੇਗਾ ਤੇਜ਼। ਐਮਬੀਡੀ ਮਾਲ 'ਚ ਫਿਲਮ ਦੇਖਣ ਆਏ 2 ਧਿਰ ਭਿੜੇ। ਲੜਾਈ 'ਚ ਦੋਵੇਂ ਧਿਰਾਂ ਦੇ ਲੋਕ ਹੋਏ ਜ਼ਖਮੀ। ਲੜਾਈ ਦੀ ਵੀਡੀਓ ਤੇਜ਼ੀ ਨਾਲ ਹੋ ਰਹੀ ਹੈ ਵਾਇਰਲ। ਸਿਹਤ ਵਿਭਾਗ ਵੱਲੋਂ ਸਕੈਨਿੰਗ ਸੈਂਟਰ ਤੇ ਛਾਪਾ। ਗੈਰ ਕਾਨੂੰਨੀ ਸਕੈਨਿੰਗ ਸੈਂਟਰ ਦਾ ਕੀਤਾ ਗਿਆ ਭਾਂਡਾ ਫੋੜ। ਮੋਟੀ ਰਕਮ ਲੈ ਕੇ ਲਿੰਗ ਨਿਰਧਾਰਨ ਟੈਸਟ ਸੀ ਕਰਦੇ। ਪਰਿਵਾਰ ਭਲਾਈ ਵੱਲੋਂ ਮੁਲਜ਼ਮ ਕੀਤੇ ਗਏ ਕਾਬੂ। ਸੰਤ ਬਾਬਾ ਮੈਂਗਲ ਸਿੰਘ ਜੀ ਦਾ ਸਾਲਾਨਾ ਬਰਸੀ ਸਮਾਗਮ ਹੋਇਆ ਸ਼ੁਰੂ। ਸੰਤ ਬਾਬਾ ਬਲਜੀਤ ਸਿੰਘ ਜੀ ਦੀ ਅਗਵਾਈ 'ਚ ਸਮਾਗਮ ਦੀ ਕੀਤੀ ਗਈ ਸ਼ੁਰੂਆਤ। ਅਖੰਡ ਪਾਠ ਸਾਹਿਬ ਤੇ ਸ਼੍ਰੀ ਜਪਜੀ ਸਾਹਿਬ ਤੇ ਪਾਠ ਕੀਤੇ ਗਏ ਆਰੰਭ। ਅਖੰਡ ਪਾਠ ਸਾਹਿਬ ਤੇ ਸ਼੍ਰੀ ਜਪਜੀ ਸਾਹਿਬ ਤੇ 19 ਮਈ ਨੂੰ ਪਾਏ ਜਾਣਗੇ ਭੋਗ।
ਫਿਲਹਾਲ ਲੁਧਿਆਣਾ ਖਬਰਨਾਮਾ ਦੇ ਵਿੱਚ ਇੰਨਾ ਹੀ। ਹੁਣ ਮੈਨੂੰ ਦਿਓ ਇਜਾਜ਼ਤ। ਧੰਨਵਾਦ।